ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਭਖਦੇ ਮਸਲਿਆਂ ਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀਆਂ ਜ਼ਮੀਨਾਂ ਲੀਜ਼ ਤੇ ਦਿੱਤੀਆਂ ਜਾਂਦੀਆਂ ਪੰਚਾਇਤੀ ਜ਼ਮੀਨਾਂ ਉਹ ਹੁਣ ਨਹੀਂ ਦੇਣੀਆਂ। ਇਹ ਬਹੁਤ ਵੱਡੀ ਗੱਲ ਹੈ, ਫੈਸਲਾ ਪਹਿਲੀ ਵਾਰ ਆਇਆ ਲੱਗਦਾ। ਕਿਵੇਂ ਦੇਖਦੇ ਇਸ ਫੈਸਲੇ ਨੂੰ ਤੇ ਕੀ ਕਾਰਨ ਲੱਗਦਾ? ਦੇਖੋ, ਗੱਲ ਇਹ ਹੈ ਕਿ ਪੰਚਾਇਤੀ ਜ਼ਮੀਨਾਂ ਦੇ ਮਾਮਲੇ 'ਚ ਹਨੇਰ ਖੱਤ ਹੈ। ਮੈਂ ਸੁਪਰੀਮ ਕੋਰਟ ਦਾ ਹੁਕਮ ਪੂਰਾ ਨਹੀਂ ਪੜ੍ਹਿਆ ਜੀ। ਕੁਝ ਹਿੱਸੇ ਜਿੰਨੇ ਕੁ ਆਏ ਆ ਉਹ ਹਿੱਸੇ ਸਵਾਗਤਯੋਗ ਹੈ। ਪਿੰਡਾਂ ਵਿੱਚ ਜਦੋਂ ਮੁਰੱਬੇਬੰਦੀ ਹੋਈ ਤੇ ਪੰਚਾਇਤਾਂ ਵਾਸਤੇ ਕੁਝ ਸਾਂਝੀਆਂ ਜ਼ਮੀਨਾਂ ਕੱਢੀਆਂ ਗਈਆਂ ਸੀ, ਜਿਨ੍ਹਾਂ ਦਾ ਮਕਸਦ ਸੀਗਾ ਕਿ ਸਾਂਝੇ ਭਲੇ ਵਾਸਤੇ ਵਰਤੀਆਂ ਜਾਣਗੀਆਂ। ਉੱਥੇ ਕੋਈ ਸਕੂਲ ਖੋਲ੍ਹਿਆ ਜਾ ਸਕਦਾ, ਕੋਈ ਹਸਪਤਾਲ ਖੋਲ੍ਹਿਆ ਜਾ ਸਕਦਾ, ਕੋਈ ਉੱਥੇ ਸਟੇਡੀਅਮ ਬਣਾਇਆ ਜਾ ਸਕਦਾ, ਜਾਂ ਉਹਨਾਂ ਨੂੰ ਖੇਤੀ ਵਾਸਤੇ ਪਿੰਡ ਦੇ ਵਿੱਚ ਠੇਕੇ 'ਤੇ ਹਰ ਸਾਲ ਨਵੇਂ ਸਿਰੋਂ ਦੇਈ ਜਾਓ, ਜਿਹੜਾ ਚੜ੍ਹ ਕੇ ਲੈ ਜਾਵੇ ਸੋ ਲੈ ਜਾਵੇ, ਅਤੇ ਉਹਦੀ ਜਿਹੜੀ ਕਮਾਈ ਹੈ ਪਿੰਡ ਦੇ ਉੱਤੇ ਲਾਈ ਜਾ ਸਕਦੀ ਹੈ। ਹੋਣ ਲੱਗ ਪਿਆ ਕੰਮ ਉਲਟਾ। ਜਿਹੜੇ ਜ਼ੋਰਾਵਰ ਨੇ, ਜਿਨ੍ਹਾਂ ਦਾ ਪੰਚਾਇਤ 'ਤੇ ਕਬਜ਼ਾ, ਜਿਨ੍ਹਾਂ ਦੀ ਸਰਕਾਰ ਦਰਬਾਰ ਤੱਕ ਪਹੁੰਚ ਹੈ, ਅਫਸਰਾਂ ਨਾਲ ਅੱਖ ਰਲੀ ਹੈ, ਆਇਆਂ ਨੂੰ ਪਿੰਡ ਦੀ ਬੈਠਕ ਵਿੱਚ ਬਿਠਾ ਕੇ ਰਾਤ ਨੂੰ 2 ਪੈਗ ਲਵਾ ਸਕਦੇ ਆ, ਮੁਰਗੇ ਦੀਆਂ ਟੰਗਾਂ ਭੁੰਨ ਕੇ ਪੇਸ਼ ਕਰ ਸਕਦੇ ਆ ਜੀ, ਤੇ ਜਾਣ ਲੱਗਿਆਂ ਜੇਬ 'ਚ ਕੁਝ ਪਾ ਸਕਦੇ ਆ। ਉਹਨਾਂ ਨੇ ਪੰਚਾਇਤਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਬਹੁਤ ਕੀਤੇ ਹੋਏ। ਹੁਣ ਜਿਹੜੇ ਤੇ ਦੂਰ ਦੇ ਪਿੰਡ ਨੇ, ਬਾਰਡਰ ਨੇੜਲੇ ਨੇ, ਮੰਡ ਵਿੱਚ ਨੇ ਦਰਿਆ ਦੇ, ਉਹ ਪਿੰਡਾਂ ਦੇ ਵਿੱਚ ਜ਼ਮੀਨਾਂ ਦੀ ਕੀਮਤ ਵੀ ਬਹੁਤੀ ਹੈ ਨਹੀਂ ਅਤੇ ਪਿੰਡਾਂ ਵਿੱਚ ਕੋਈ ਬਹੁਤੀ ਪਰਵਾਹ ਵੀ ਨਹੀਂ ਕਰਦਾ। ਪਰ ਚੰਡੀਗੜ੍ਹ ਲਾਗਲੇ ਪਿੰਡਾਂ 'ਚ ਜਿੱਥੇ ਇੱਕ ਏਕੜ 10-10 ਕਰੋੜ ਤੱਕ ਵੀ ਜਾਣ ਲੱਗ ਪਿਆ, ਇੰਨੇ ਜ਼ਮੀਨਾਂ ਦੇ ਰੇਟ ਹੋਣ, ਉੱਥੇ ਜਦੋਂ ਵੇਖਿਆ ਜਾਂਦਾ ਵੀ ਇਹ ਜ਼ਮੀਨਾਂ, ਪਿੰਡ ਦੀ ਜ਼ਮੀਨ, ਇੱਕ ਕੋਈ ਅਫਸਰ ਆਇਆ ਜਾਂ MLA ਆਇਆ ਜਾਂ ਕੋਈ ਮੰਤਰੀ ਆਇਆ ਜਾਂ ਕੋਈ ਸਾਧ ਦਾ ਭਰਮ ਪਾ ਕੇ ਡੇਰੇਦਾਰ ਇਹੋ ਜਿਹਾ ਆ ਗਿਆ ਜਿਹੜਾ ਇੱਕ ਵਾਰੀ ਵੜ ਗਿਆ ਤੇ ਮੁੜ ਕੇ ਉਹਨੇ ਨਿਕਲਣਾ ਨਹੀਂ ਉੱਥੋਂ, ਉਹ ਪੰਚਾਇਤ ਨੂੰ ਪਚਲਾਵੇ 'ਚ ਲੈ ਕੇ ਇੱਕ ਮਤਾ ਪਾਸ ਕਰਵਾ ਦਿੰਦੇ ਆ ਕਿ ਇਹਦੇ ਤੋਂ ਸਾਨੂੰ ਬੜੀ ਆਸ ਹੈ ਜੀ, ਇਹ ਪਿੰਡ ਦਾ ਭਲਾ ਕਰੇਗਾ ਜੀ, ਇਹਨੂੰ 33 ਸਾਲ ਦੇ, 30 ਸਾਲ ਦੇ, 40 ਸਾਲ ਦੇ ਲੀਜ਼ 'ਤੇ ਦਿੱਤੀ ਜਾਂਦੀ ਹੈ। ਇੱਕ ਵਾਰੀ ਲੀਜ਼ 'ਤੇ ਦਿੱਤੀ ਗਈ ਸੋ ਗਈ, ਮੁੜ ਕੇ ਜ਼ਮੀਨਾਂ ਮੁੜਦੀਆਂ ਨਹੀਂ ਜੀ। ਹੁਣ ਉਹ ਜਿਹੜੀਆਂ ਪਿੰਡਾਂ ਦੀਆਂ ਜ਼ਮੀਨਾਂ, ਉਹਨਾਂ ਦੇ ਕਬਜ਼ਿਆਂ ਦੇ ਕੇਸ ਫਿਰ ਬੜੀ ਦੂਰ ਤੱਕ ਚੱਲਦੇ ਆ। ਮੈਂ ਇਹੋ ਜਿਹੇ ਕਈ ਕੇਸ ਵੇਖੇ ਆ ਜਿਹੜੇ ਇੱਥੋਂ ਜ਼ਿਲ੍ਹੇ ਦੇ ਪੰਚਾਇਤ ਅਫਸਰ ਤੋਂ ਤੁਰਦੇ ਆ, ਹਾਈ ਕੋਰਟਾਂ ਤੱਕ ਜਾਂਦੇ ਆ, ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਜਾਂਦੇ ਆ, ਅਤੇ ਜਿਨ੍ਹਾਂ ਦਾ ਕਬਜ਼ਾ ਉਹ ਸੁਪਰੀਮ ਕੋਰਟ ਦਾ ਫੈਸਲਾ ਹੋਣ ਤੋਂ ਬਾਅਦ ਵੀ 10-10 ਸਾਲ ਤੱਕ ਕਬਜ਼ਾ ਨਹੀਂ ਛੱਡਦੇ। ਨਜਾਇਜ਼ ਕਬਜ਼ਾ, ਕਦੇ ਗੁੰਡਿਆਂ ਦਾ ਟੋਲਾ ਲੈ ਆਂਦਾ, ਕਦੇ ਪੁਲਿਸ ਨਾਲ ਢੋਆ, ਕਦੇ ਮੁੱਖ ਮੰਤਰੀ ਤੱਕ ਪਹੁੰਚਿਆ, ਉਹ ਬੰਦੇ ਫਿਰ ਛੱਡਦੇ ਹੀ ਨਹੀਂ। ਜਿਹੜੇ ਮਕਸਦ ਵਾਸਤੇ ਉਹ ਜ਼ਮੀਨਾਂ ਸਾਂਝੀਆਂ ਰੱਖੀਆਂ ਗਈਆਂ ਸੀ ਪੰਚਾਇਤਾਂ ਵਾਸਤੇ, ਉਹ ਤਾਂ ਮਕਸਦ ਫਿਰ ਐਵੇਂ ਗਿਆ। ਹੁਣ ਸਮਝਿਆ ਜਾਂਦਾ ਅਦਾਲਤ ਦੇ ਫੈਸਲੇ ਦੀ ਰੋਸ਼ਨੀ 'ਚ ਕਿ ਜ਼ਮੀਨ ਜਿਹੜੀ ਆ, ਪੰਚਾਇਤ ਅਸਲ ਵਿੱਚ ਸਾਰੇ ਪਿੰਡ ਦੀ ਆਤਮਾ ਹੁੰਦੀ ਆ ਜੀ, ਅਤੇ ਇਹ ਜ਼ਮੀਨ ਉਸ ਪੰਚਾਇਤ ਦੀ ਦੇਹ ਆ। ਕਈਆਂ ਥਾਵਾਂ 'ਤੇ ਇਹਨੂੰ ਦੇਹ ਸ਼ਾਮਲਾਟ ਵੀ ਕਹਿ ਦਿੰਦੇ ਆ, ਕਈ ਨਾਂ ਲੋਕਾਂ ਨੇ ਰੱਖੇ ਹੋਏ ਨੇ। ਹੁਣ ਜੋ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ, ਫੈਸਲਾ ਇਹ ਬਹੁਤ ਸੋਹਣਾ, ਪਰ ਮੈਨੂੰ ਡਰ ਆ ਕਿ ਜਿਨ੍ਹਾਂ ਦੀ ਪਹੁੰਚ ਆ ਉਹਨਾਂ ਨੇ ਅਜੇ ਵੀ ਛੇਤੀ ਕੀਤੇ ਲਾਗੂ ਨਹੀਂ ਹੋਣ ਦੇਣਾ। ਸਾਡੀ ਨਿਆਂਪਾਲਿਕਾ ਤੱਕ ਪਹੁੰਚ ਕਰਨ ਵਾਲੇ ਲੋਕ ਵੀ ਹੈਗੇ ਆ ਜਿਹੜੇ ਰਾਤੋਂ ਰਾਤ ਸੁੱਤੇ ਪਏ ਜੱਜ ਨੂੰ ਉਠਾ ਕੇ ਸਟੇ ਆਰਡਰ ਲੈ ਆਉਂਦੇ ਆ। ਜੇ ਇੱਦਾਂ ਦੇ ਘਾਲੇ ਮਾਲੇ ਚੱਲੇ ਤਾਂ ਗੱਲ ਬੜੀ ਮਾੜੀ ਹੋਊਗੀ ਜੀ। ਇਹ ਜਿਹੜਾ ਠੀਕ ਫੈਸਲਾ ਸੁਪਰੀਮ ਕੋਰਟ ਦਾ, ਠੀਕ ਭਾਵਨਾ ਨਾਲ ਹੁਣ ਲਾਗੂ ਹੋਣਾ ਚਾਹੀਦਾ। ਪੰਨੂ ਸਾਹਿਬ, ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਦਫ਼ਤਰ ਆ, ਕਹਿੰਦੇ ਉਸ ਦਫ਼ਤਰ ਨੂੰ ਲੈ ਕੇ ਖਿੱਚੋਤਾਣ ਬਹੁਤ ਵੱਧ ਗਿਆ ਤੇ ਆਪਸ ਵਿੱਚ ਫਸੀ ਫਿਰਦੇ ਆ। ਇਹ ਕਹਾਣੀ ਕੀ ਆ ਪੂਰੀ? ਦਿੱਲੀ 'ਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਦਫ਼ਤਰ ਹੈ। ਉਹ ਦਫ਼ਤਰ ਬਾਦਲ ਅਕਾਲੀ ਦਲ ਦਾ। ਪਹਿਲਾਂ ਇਹਨਾਂ ਦੇ ਕਈ ਤਾਂ ਹੁਣ ਤੱਕ ਲੀਡਰ ਬਦਲ ਗਏ। ਕਿਸੇ ਵਕਤ ਮਨਜੀਤ ਸਿੰਘ ਜੀਕੇ ਸਭ ਤੋਂ ਵੱਡਾ ਲੀਡਰ ਹੁੰਦਾ ਸੀ, ਫਿਰ ਉਹਦੇ ਨਾਲ ਮਤਭੇਦ ਆ ਗਏ। ਅਕਾਲੀਆਂ ਦੇ ਇੱਕ ਗਰੁੱਪ ਨੇ ਉਹਨੂੰ ਅਮਰੀਕਾ 'ਚ ਸੱਦ ਕੇ ਗੁਰਦੁਆਰੇ ਦੀ ਪਾਰਕਿੰਗ ਵਿੱਚ ਵਿਰੋਧੀਆਂ ਤੋਂ ਕੁਟਵਾਤਾ, ਆਪ ਦੂਰ ਖਲੋ ਕੇ ਵਹਿੰਦੇ ਰਹੇ ਜੀ। ਗੱਲ ਤੇ ਉਦੋਂ ਹੀ ਖੁੱਲ੍ਹ ਗਈ ਸੀ
ਕਿ ਮਨਜੀਤ ਸਿੰਘ ਜੀਕੇ ਵਾਸਤੇ ਹੁਣ ਇਸ ਪਾਰਟੀ 'ਚ ਥਾਂ ਨਹੀਂ ਤੇ ਅਖੀਰ ਉਹ ਛੱਡ ਗਿਆ। ਫਿਰ ਮਨਜਿੰਦਰ ਸਿੰਘ ਸਿਰਸਾ ਲੱਗ ਗਿਆ। ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਸੀ, ਬੀਜੇਪੀ ਵਾਲਿਆਂ ਨੇ ਅੱਖਾਂ ਵਿਖਾਈਆਂ ਜਾਂ ਇਹਦੇ ਨਾਲ ਅੱਖਾਂ ਮਿਲਾਈਆਂ, ਦੋਵੇਂ ਗੱਲਾਂ ਉਸਦੇ ਅੱਖਾਂ ਮਿਲ ਗਈਆਂ ਜਾਂ ਅੱਖਾਂ ਉਹਨਾਂ ਘੂਰੀ ਵੱਟੀ। ਇਹ ਛੱਡ ਕੇ ਬਾਦਲ ਅਕਾਲੀ ਦਲ ਨੂੰ ਤੇ ਭਾਰਤੀ ਜਨਤਾ ਪਾਰਟੀ ਚਲਾ ਗਿਆ। ਭਾਰਤੀ ਜਨਤਾ ਪਾਰਟੀ ਜਾਣ ਤੋਂ ਬਾਅਦ ਇਹਨੇ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਤੇ ਬਾਦਲ ਅਕਾਲੀ ਦਲ ਨੇ ਮਨਜਿੰਦਰ ਸਿੰਘ ਸਿਰਸੇ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਲੀਡਰ ਸੀ ਹਰਮੀਤ ਸਿੰਘ ਕਾਲਕਾ, ਉਹਨੂੰ ਅੱਗੇ ਲਾ ਕੇ ਤੇ ਵੋਟਾਂ ਪਵਾ ਲਈਆਂ, ਕਬਜ਼ਾ ਰੱਖ ਲਿਆ। ਹਰਮੀਤ ਸਿੰਘ ਕਾਲਕਾ ਤਾਂ ਇਹਨਾਂ ਦਾ ਪੱਕਾ ਸੀ, ਉਹ 2 ਮਹੀਨੇ ਵੀ ਪੱਕਾ ਨਹੀਂ ਰਿਹਾ। ਉਹਨੇ ਐਲਾਨ ਕਰਤਾ ਜੀ ਮੈਂ ਬਾਦਲ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਿਉਂਕਿ ਮੈਂ ਧਾਰਮਿਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ, ਇਸ ਕਰਕੇ ਮੈਂ ਪਾਰਟੀਆਂ ਦੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਸਾਂਝਾ ਪ੍ਰਧਾਨ ਰਹਿਣਾ ਚਾਹੁੰਦਾ। ਤੇ ਥੋੜ੍ਹੇ ਚਿਰ ਬਾਅਦ ਉਹਨੇ ਸਾਰੇ ਉਹੀ ਬੰਦੇ ਜਿਹੜੇ ਬਾਦਲ ਅਕਾਲੀ ਦਲ ਸੀ ਉਹਨਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ। ਅੱਗੇ ਇੱਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਆ, ਪਰਮਜੀਤ ਸਿੰਘ ਸਰਨੇ ਤੇ ਹਰਵਿੰਦਰ ਸਿੰਘ ਸਰਨੇ, ਦੋਵਾਂ ਭਰਾਵਾਂ ਦਾ, ਦੋਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਆ ਜੀ। ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਸੀ, ਇਹਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ। ਫਿਰ ਵੇਖਿਆ ਕਿ ਰੋਜ਼ ਜਿਹੜੇ ਦਫ਼ਤਰ 'ਚ ਅਸੀਂ ਬੈਠਦੇ ਸਾਂ ਉਹ ਬਾਦਲ ਅਕਾਲੀ ਦਲ ਦਾ ਦਫ਼ਤਰ ਸੀ, ਪਰ ਜਦੋਂ ਆਪਾਂ ਹੀ ਸਾਰੇ ਆ ਗਏ ਤੇ ਆਪਾਂ ਹੀ ਅਹੁਦੇਦਾਰ ਸਾਂ ਤੇ ਉਹਨਾਂ ਦਾ ਦਫ਼ਤਰ ਕਾਹਦਾ ਰਹਿ ਗਿਆ। ਉਹਨਾਂ ਨੇ ਜਾ ਕੇ ਉੱਥੇ ਆਪਣਾ ਬੋਰਡ ਲਾਤਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਦਫ਼ਤਰ ਹੈ। ਬਾਦਲ ਅਕਾਲੀ ਦਲ ਦਾ ਦਿੱਲੀ 'ਚ ਇੱਕ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੁੰਦਾ ਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਵਤਾਰ ਸੋਹਿਤ ਜੀ। ਉਹਨੂੰ ਇੱਕ ਵਾਰੀ ਅਕਾਲ ਤਖ਼ਤ ਤੇ ਸੱਦਿਆ ਵੀ ਸੀ, ਅਕਾਲ ਤਖ਼ਤ ਤੋਂ ਬਾਗੀ ਵੀ ਹੋਇਆ ਸੀ, ਫਿਰ ਮੰਨਿਆ ਵੀ ਸੀ, ਫਿਰ ਅਕਾਲ ਤਖ਼ਤ ਦੇ ਸਾਹਮਣੇ ਝੁਕਿਆ ਤੇ ਇੱਕ ਸਕੂਲ ਦਾ ਕਬਜ਼ਾ ਵੀ ਛੱਡਿਆ ਸੀ। ਉਹ ਅੱਜ ਕੱਲ੍ਹ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ। ਇਹਨਾਂ ਨੇ ਉਹਨੂੰ ਆਖਿਆ ਵੀ ਜੀਕੇ ਗਿਆ, ਸਿਰਸਾ ਗਿਆ, ਕਾਲਕਾ ਗਿਆ, ਅਵਤਾਰ ਸਿੰਘ ਹਿੱਤ ਜੀ ਆਓ ਹੁਣ ਸਾਡੇ ਵੱਲੋਂ ਬੁੱਢੇ ਬਾਰੇ ਤੁਸੀਂ ਦਿੱਲੀ ਗੁਰਦੁਆਰਾ ਦਿੱਲੀ ਦੇ ਅਕਾਲੀ ਦਲ ਦੇ ਪ੍ਰਧਾਨ ਬਣ ਜਾਓ। ਤੇ ਉਹ ਆ ਗਿਆ। ਇਹਨਾਂ ਨੇ ਆਖਿਆ ਕਿ ਇਹ ਜਿਹੜਾ ਹੈਗਾ ਤੁਸੀਂ ਹੁਣ ਇੱਥੇ ਦਿੱਲੀ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਦਫ਼ਤਰ ਹਰਮੀਤ ਸਿੰਘ ਕਾਲਕਾ ਹੋਰਾਂ ਨੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ, ਉਹ ਤੋਂ ਆਪਾਂ ਦਫ਼ਤਰ ਛਡਾਉਣਾ। ਅਵਤਾਰ ਸੋਹਿਤ ਗਿਆ ਬੰਦੇ ਲੈ ਕੇ ਤੇ ਇਹਨਾਂ ਨੇ ਜਾ ਕੇ ਕਬਜ਼ਾ ਕਰ ਲਿਆ ਤੇ ਜਿਹੜੀ ਉਹਨਾਂ ਦੀ ਹਰਮੀਤ ਸਿੰਘ ਕਾਲਕਾ ਹੋਰਾਂ ਦੀ ਪਲੇਟ ਲੱਗੀ ਸੀ ਉਹ ਲਾ ਕੇ ਆਪਣੀ ਲਾਤੀ। ਫਿਰ ਉਹ ਵੀ ਆ ਗਏ, ਦੋਵੇਂ ਤਰ੍ਹਾਂ ਆਪੋ ਸਾਹਮਣੇ ਤੂੰ ਮੈਂ। ਪੁਲਿਸ ਆਈ, ਵੇਖਿਆ ਕੰਮ ਵਿਗੜ ਜਾਣਾ, ਫਿਰ ਪੈਰਾਮਿਲਟਰੀ ਫੋਰਸ ਸੱਦ ਲਈ। ਉਹਨੇ ਸਾਰਾ ਕੁਝ ਇਹਨਾਂ ਦਾ ਆਪਸੀ ਝਗੜਾ, ਮੈਨੂੰ ਇਹਦਾ ਨਹੀਂ ਮਤਲਬ ਕੋਈ ਕਿ ਅਵਤਾਰ ਸੋਹਿਤ ਕੀ, ਹਰਮੀਤ ਸਿੰਘ ਕਾਲਕਾ ਕੀ, ਮਨਜਿੰਦਰ ਸਿੰਘ ਸਿਰਸਾ ਕੀ, ਕੌਣ ਕੀ, ਇਹ ਇਹਨਾਂ ਦਾ ਮਾਮਲਾ ਜੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਬਿਲਕੁਲ, ਉਹ ਤਾਂ ਸਿੱਖ ਸੰਗਤ ਦਾ ਜੀ। ਉਹਦੇ ਕੰਪਲੈਕਸ ਦੇ ਅੰਦਰ ਅਕਾਲੀ ਦਲ ਹੋਵੇ ਜਾਂ ਕੋਈ ਹੋਰ ਹੋਵੇ, ਜਾਂ ਅਕਾਲੀ ਦਲ ਵੀ 5-6 ਆ, ਦਲਦਲ ਹੀ ਹੋਈ ਪਈ ਹੈ। ਇਹਨਾਂ ਸਾਰਿਆਂ ਨੂੰ ਉਹਦੇ ਅੰਦਰ ਦਫ਼ਤਰ ਕਿਉਂ ਦਿੱਤੇ ਜਾਣ? ਇਹਨਾਂ ਕੋਲ ਪੈਸੇ ਦੀ ਘਾਟ ਹੈ? ਕਿਸੇ ਕੋਲ ਨਹੀਂ। ਇਹ ਸਾਰੇ ਆਪੋ ਆਪਣੇ ਦਫ਼ਤਰ ਬਾਹਰ ਕਿਉਂ ਨਹੀਂ ਰੱਖਦੇ? ਜੇ ਸਾਰਿਆਂ ਦੇ ਦਫ਼ਤਰ ਉੱਥੇ ਹੋਣਗੇ ਤੇ ਕਿਉਂਕਿ ਸਿਆਸੀ ਪਾਰਟੀਆਂ ਨੇ, ਸਿਆਸੀ ਬੰਦੇ ਤੇ ਕਦੇ ਵੀ ਇੱਕ ਦੂਸਰੇ ਨਾਲ ਪੱਗੋ ਹੱਥੀ ਹੋ ਸਕਦੇ ਆ ਜੀ। ਇਹ ਇੱਧਰ ਹੋਣਗੇ ਤੇ ਪਵਾੜਾ ਪਾਉਣਗੇ, ਉੱਥੇ ਸੰਗਤ ਆਈ ਮੱਥਾ ਟੇਕਣ ਤੇ ਇਹਨਾਂ ਦੇ ਪਵਾੜੇ 'ਚ ਫਸ ਕੇ ਬਹਿ ਜਾਵੇ, ਸੰਗਤ ਦਾ ਕੀ ਕਸੂਰ ਹੈ? ਇਹਦੇ ਨਾਲ ਬਿਹਤਰ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਇਜਲਾਸ 'ਚ ਫੈਸਲਾ ਹੋਣਾ ਚਾਹੀਦਾ ਕਿ ਇੱਥੇ ਗੁਰਦੁਆਰਾ ਕੰਪਲੈਕਸ ਦੇ ਅੰਦਰ ਕਿਸੇ ਸਿਆਸੀ ਪਾਰਟੀ ਦਾ, ਕਿਸੇ ਅਕਾਲੀ ਦਲ ਦਾ ਕੋਈ ਦਫ਼ਤਰ ਨਹੀਂ ਹੋਵੇਗਾ ਜੀ। ਸਾਰੇ ਬਾਹਰ ਕਰ ਦੇਣੇ ਚਾਹੀਦੇ ਆ। ਜੇ ਬਾਹਰ ਨਹੀਂ ਕੀਤੇ ਜਾਂਦੇ ਤੇ ਕੱਲ੍ਹ ਤਾਂ ਝਗੜਾ ਹੁੰਦਾ ਟਲ ਗਿਆ, ਪੁਲਿਸ ਵੀ ਆ ਗਈ, ਪੈਰਾਮਿਲਟਰੀ ਫੋਰਸ ਵੀ ਆ ਗਈ ਤੇ ਅਗਲੀ ਵਾਰੀ ਸੱਚੀ ਮੁੱਚੀ ਹੋ ਜਾਊਗਾ। ਬਿਹਤਰ ਇਹ ਆ ਕਿ ਜਿਹੜੀ ਪੋਲੀਟਿਕਸ ਆ, ਭਾਵੇਂ ਧਰਮ ਨਾਲ ਵੀ ਜੋੜ ਕੇ ਕੀਤੀ ਜਾਂਦੀ ਹੋਵੇ, ਪੋਲੀਟਿਕਸ ਦਾ ਪੋਲੀਟਿਕਸ ਹੈ, ਉਹਨੂੰ ਧਰਮ ਸਥਾਨਾਂ ਤੋਂ ਥੋੜ੍ਹਾ ਬਾਹਰ ਰੱਖਿਆ ਜਾਵੇ। ਉਹਦੇ ਅੰਦਰ ਸਿਆਸੀ ਪਾਰਟੀਆਂ ਦੇ ਦਫ਼ਤਰ ਨਹੀਂ ਚਾਹੀਦੇ। ਜੇ ਸਿਆਸੀ ਪਾਰਟੀਆਂ ਉੱਥੋਂ ਦਫ਼ਤਰ ਚਲਾਉਣ ਤੇ ਕਈ ਕਿਸਮ ਦੇ ਹੋਰ ਵਿਵਾਦ ਪੈਦਾ ਹੋ ਸਕਦੇ। ਅੱਗੇ ਵਧਦੇ ਹਾਂ ਪੰਨੂ ਸਾਹਿਬ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਕਿਹਾ ਕਿ SYL ਦੇ ਮੁੱਦੇ ਤੇ ਪੰਜਾਬ ਸਰਕਾਰ ਗੰਭੀਰ ਨਹੀਂ ਗੀ ਤੇ ਇਹਨੂੰ ਗੰਭੀਰ ਹੋਣਾ ਚਾਹੀਦਾ। ਇਹ ਫਿਰ ਮੁੱਦਾ ਚੁੱਕਿਆ ਜਾ ਰਿਹਾ ਹੈ ਜਾਂ ਫਿਰ ਸੱਚਮੁੱਚ ਹੀ ਹਰਿਆਣੇ ਵਿੱਚ ਵੀ ਰੌਲਾ ਪਿਆ, ਪੰਜਾਬ ਵਾਲੇ ਵੀ ਕਹਿੰਦੇ ਹੁਣ ਕੁਝ ਕਰੋ? ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਪੂਰਾ ਗੰਭੀਰ ਹੋਊਗਾ, ਦੂਸਰਿਆਂ ਨੂੰ ਉਹਨੇ ਕਹਿਤਾ ਕਿ ਉਹ ਗੰਭੀਰ ਨਹੀਂ। ਅਸਲ ਗੱਲ ਇਹ ਹੈ ਕਿ ਇਸ ਮੁੱਦੇ ਦੀ ਗੰਭੀਰਤਾ ਇਸ ਵੇਲੇ ਜਿੰਨੇ ਸਿਆਸੀ ਲੀਡਰ ਆ ਉਹਨਾਂ 'ਚੋਂ ਕਿਸੇ ਨੂੰ ਵੀ ਪਤਾ ਨਹੀਂ ਜੀ।
ਅਫਸਰਾਂ ਕੋਲ ਡਿਟੇਲਸ ਹੋਣਗੀਆਂ। ਜਿਹੜੇ ਪੁਰਾਣਿਆਂ ਨੂੰ ਪਤਾ ਉਹਨਾਂ ਦੀ ਇਹ ਨੀਤ ਹੀ ਨਹੀਂ ਸੀ ਕਿ ਮੁੱਦਾ ਕਿਸੇ ਪਾਸੇ ਲਾਉਣਾ। ਉਹ ਤਾਂ ਲਮਕਾ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਲੈਣੀਆਂ ਚਾਹੁੰਦੇ ਸੀ। ਜਿਹੜਾ ਮੁੱਦਾ ਉਦੋਂ ਸੀ ਜਦੋਂ ਪੰਜਾਬ ਤੇ ਹਰਿਆਣਾ ਵੱਖ ਹੋਏ, ਜਿਹੜਾ ਮੁੱਦਾ ਉਦੋਂ ਸੀ ਜਦੋਂ ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਐਮਰਜੈਂਸੀ 'ਚ ਇੰਦਰਾ ਗਾਂਧੀ ਨੇ ਇੱਕ ਅਵਾਰਡ ਜਾਰੀ ਕਰਤਾ ਤੇ ਲਾਗੂ ਕਰਾਇਆ, ਜਿਹੜਾ ਮੁੱਦਾ ਉਦੋਂ ਸੀ ਜਦੋਂ ਮੁਰਾਰਜੀ ਦੇਸਾਈ ਦੀ ਸਰਕਾਰ ਵੇਲੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਸਤਲੁਜ ਜਮਨਾ ਨਹਿਰ ਕੱਢਣ ਵਾਸਤੇ ਲਿੰਕ ਨਹਿਰ ਕੱਢਣ ਵਾਸਤੇ ਆਪਸੀ ਸਹਿਮਤੀ ਕੀਤੀ, ਜਿਹੜਾ ਮੁੱਦਾ ਉਦੋਂ ਸੀ ਜਦੋਂ ਕਾਂਗਰਸ ਦੇ ਦਰਬਾਰਾ ਸੋ ਮੁੱਖ ਮੰਤਰੀ ਦੇ ਵਕਤ ਇੰਦਰਾ ਗਾਂਧੀ ਨੇ ਆ ਕੇ ਪਟਿਆਲੇ ਜ਼ਿਲ੍ਹੇ 'ਚ ਕਪੂਰੀ ਦੇ ਵਿੱਚ ਪਹਿਲਾ ਟੱਪ ਮਾਰ ਕੇ ਤੇ ਨਹਿਰ ਦੇ ਬਣਾਉਣ ਦੀ ਸ਼ੁਰੂਆਤ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਲਾਗੇ ਖੜਾ ਸੀ। ਉਹ ਮੁੱਦਾ ਅੱਜ ਨਹੀਂ। ਉਦੋਂ ਬਾਅਦ ਫਿਰ ਬੜਾ ਕੁਝ ਹੋਰ ਹੋ ਗਿਆ। ਇੱਕ ਸਮਝੌਤਾ ਹੋਇਆ ਰਾਜੀਵ ਗਾਂਧੀ ਤੇ ਸੰਤ ਲੌਂਗੋਵਾਲ ਦਾ, ਜਿਹਨੂੰ ਕੋਈ ਰਾਜੀਵ ਲੌਂਗੋਵਾਲ ਸਮਝੌਤਾ ਕਹਿੰਦਾ, ਕੋਈ ਪੰਜਾਬ ਸਮਝੌਤਾ ਕਹਿੰਦਾ। ਉਸ ਸਮਝੌਤੇ ਨੂੰ ਬਾਅਦ ਵਿੱਚ ਅਸੀਂ ਤੋੜ ਚੁੱਕੇ ਹਾਂ। ਸੁਪਰੀਮ ਕੋਰਟ ਦੇ ਫੈਸਲੇ ਸਾਡੇ ਖਿਲਾਫ ਆ ਚੁੱਕੇ ਆ। ਜੇ ਉਹ ਸਮਝੌਤਾ ਨਾ ਤੋੜਿਆ ਜਾਵੇ ਤੇ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਦੇ ਸਮਝੌਤੇ 'ਚ ਲਿਖਿਆ ਸੀ ਕਿ ਫਲਾਣੀ ਤਰੀਕ ਤੱਕ ਜਿੰਨਾ ਪਾਣੀ ਪੰਜਾਬ ਨੂੰ ਮਿਲਦਾ ਇਹ ਯਕੀਨੀ ਕੀਤਾ ਜਾਵੇਗਾ ਕਿ ਉਹਦੇ ਤੋਂ ਘੱਟ ਨਾ ਮਿਲੇ ਜੀ। ਜੇ ਉਹਨਾਂ ਯਕੀਨੀ ਕਰਕੇ ਬਾਕੀ ਵੰਡਿਆ ਜਾਊਗਾ ਨਾ। ਅੱਜ ਤੱਕ ਕਿਸੇ ਨੇ ਵੇਖਿਆ ਹੀ ਨਹੀਂ ਕਿ ਦਰਿਆਵਾਂ 'ਚ ਪਾਣੀ ਆਉਂਦਾ ਉਹਨਾਂ। ਜਿੰਨਾ ਪਾਣੀ ਸਾਡੇ ਬਚਪਨ ਵੇਲੇ ਆਉਂਦਾ ਸੀ ਤੇ ਹਰ ਵਾਰੀ ਹੜ੍ਹ ਆਉਂਦੇ ਸੀ, ਉਹ ਤਾਂ ਹੁਣ ਆਉਂਦਾ ਨਹੀਂ। ਜਿੰਨਾ ਪਾਣੀ ਇੰਦਰਾ ਗਾਂਧੀ ਦੇ ਅਵਾਰਡ ਦੇਣ ਵਾਲੇ ਸੀ ਉਹਨਾਂ ਹੁਣ ਹੈ ਨਹੀਂ। ਜਿੰਨਾ ਪਾਣੀ ਉਸ ਤੋਂ ਬਾਅਦ ਲੌਂਗੋਵਾਲ ਤੇ ਰਾਜੀਵ ਸਮਝੌਤੇ ਵੇਲੇ ਸੀ ਉਹ ਵੀ ਹੁਣ ਹੈ ਨਹੀਂ। ਦਰਿਆਵਾਂ 'ਚ ਪਾਣੀ ਬਹੁਤ ਘਟ ਗਿਆ ਤੇ ਜੇ ਪਾਣੀ ਘਟ ਗਿਆ ਤੇ ਰਾਜੀਵ ਲੌਂਗੋਵਾਲ ਸਮਝੌਤਾ ਕਹਿੰਦਾ ਕਿ ਫਲਾਣੀ ਤਰੀਕ ਤੱਕ ਜਿੰਨਾ ਪਾਣੀ ਪੰਜਾਬ ਨੂੰ ਮਿਲਦਾ ਸੀ ਪਹਿਲਾਂ ਪੰਜਾਬ ਦਾ ਇਹ ਪੂਰਾ ਕਰਕੇ ਤੇ ਹਰਿਆਣੇ ਹਿਮਾਚਲ ਹਰਿਆਣੇ ਰਾਜਸਥਾਨ ਨੂੰ ਫਿਰਦੇ ਲਿਓ, ਦਿੱਲੀ ਨੂੰ ਫਿਰਦੇ ਦਿਓ। ਜਦੋਂ ਅਸੀਂ ਸਮਝੌਤਾ ਹੀ ਰੱਦ ਕਰ ਲਿਆ ਸਾਨੂੰ ਪਤਾ ਹੀ ਨਹੀਂ। ਦੂਸਰੀ ਗੱਲ ਇਹ ਕਿ ਸਾਰੇ ਮੁੜ ਆਖੀ ਜਾਂਦੇ ਆ ਜਿਹੜਾ ਕਹਿੰਦਾ ਅਸੀਂ ਆ ਗਏ ਤੇ ਪਾਣੀ ਹਰਿਆਣੇ ਨੂੰ ਇੱਕ ਤੋਂ ਬੂੰਦ ਨਹੀਂ ਜਾਣ ਦਿਆਂਗੇ, ਇੱਕ ਤੁਪਕਾ ਨਹੀਂ ਅਸੀਂ ਜਾਣ ਦੇਣਾ। ਕਮਾਲ ਦੀ ਗੱਲ ਇਹ ਕਹਿੰਦੇ ਜਾਣ ਨਹੀਂ ਦੇਣਾ। ਪਾਣੀ ਤਾਂ ਇਸ ਵੇਲੇ ਵੀ ਜਾਂਦਾ ਪਿਆ। ਸਰਹੰਦ ਤੋਂ ਨਹਿਰ ਨਿਕਲਦੀ ਹੈ ਜਿਹੜੀ ਰਾਜਪੁਰੇ ਦੇ ਥੱਲੇ ਥੱਲੇ ਜਾ ਕੇ ਹਰਿਆਣੇ 'ਚ ਪਹੁੰਚਦੀ ਹੈ ਤੇ ਉੱਥੋਂ ਮੁੜ ਕੇ ਜਿਹੜੀ SYL ਨਹਿਰ ਪੰਜਾਬ 'ਚ ਅਸੀਂ ਬਣ ਨਹੀਂ ਦਿੱਤੀ ਉੱਥੇ ਉਹ ਬਣੀ ਪਈ ਹੈ। ਉਹਦੇ ਨਾਲ 8-10 ਕਿਲੋਮੀਟਰ ਦੋਵੇਂ ਬਰਾਬਰ ਨਹਿਰਾਂ ਇਸ ਤਰ੍ਹਾਂ ਤੁਰੀਆਂ ਜਾਂਦੀਆਂ, ਉਹ ਸੁੱਕੀ ਤੇ ਇਹ ਵਗਦੀ, ਜਿਵੇਂ ਦੋ ਭੈਣਾਂ ਗੱਲਾਂ ਕਰਦੀਆਂ ਜਾਂਦੀਆਂ ਹੁੰਦੀਆਂ। 10-12 ਕਿਲੋਮੀਟਰ ਅੱਗੇ ਜਾ ਕੇ ਫਿਰ ਉਸ ਨਹਿਰ ਦੇ ਉੱਤੇ ਇੱਕ ਬੈਰੇਜ ਬਣਾ ਕੇ ਤੇ ਉਹਦਾ ਪਾਣੀ SYL ਨਹਿਰ 'ਚ ਸੁੱਟਿਆ ਗਿਆ। ਪਾਣੀ ਤੇ ਉਦੋਂ ਵੀ ਚੱਲਦਾ ਸੀ, ਪਾਣੀ ਤੇ ਅੱਜ ਵੀ ਚੱਲਦਾ ਜੀ। ਜਿਹੜੀ ਨਹਿਰ ਸਰਹੰਦ ਤੋਂ ਅੱਗੇ ਚੱਲ ਜਾਂਦੀ ਹੈ ਉਹ ਖਨੌਰੀ ਜਾ ਕੇ ਫਿਰ ਬੈਰੇਜ ਬਣਿਆ, ਉੱਥੋਂ ਫਿਰ ਉਹ ਹਰਿਆਣੇ 'ਚ ਪੈ ਜਾਂਦੀ ਹੈ। ਪਾਣੀ ਉੱਥੋਂ ਵੀ ਜਾ ਰਿਹਾ। ਰੋਜ਼ ਲਾਸ਼ਾਂ ਨਿਕਲਦੀਆਂ ਦੀਆਂ ਫੋਟੋ ਤੇ ਅਖਬਾਰਾਂ 'ਚ ਛਪਦੀਆਂ ਕਿ ਉੱਥੋਂ ਲਾਸ਼ਾਂ ਨਿਕਲਦੀਆਂ, ਪਰ ਉਹ ਲਾਸ਼ਾਂ ਕਿਹੜੇ ਪਾਣੀ 'ਚੋਂ ਨਿਕਲਦੀਆਂ? ਉਸੇ ਪਾਣੀ 'ਚੋਂ ਜਿਹੜਾ ਅਸੀਂ ਕਹਿੰਦੇ ਹਰਿਆਣੇ ਨੂੰ ਦੇਣਾ ਨਹੀਂ ਤੇ ਹਰਿਆਣੇ ਨੂੰ ਤੁਰਿਆ ਜਾਂਦਾ। ਉਹ ਚੱਲਦਾ ਸਿਰਸੇ ਹਿਸਾਰ ਤੋਂ ਗਾਂਹ ਜਾ ਕੇ ਕਿੱਥੋਂ ਤੱਕ ਜਾਂਦਾ। ਮੈਂ ਉਹ ਕਹਾਣੀਆਂ ਨਹੀਂ ਪਾਉਣੀਆਂ ਚਾਹੁੰਦਾ, ਐਵੇਂ ਇਹਨਾਂ 'ਚੋਂ ਕਿਸੇ ਨੂੰ ਵੀ ਨਹੀਂ ਪਤਾ। ਹਵਾ 'ਚੋਂ ਤਲਵਾਰਾਂ ਮਾਰਦੇ ਆ। ਮੇਰੇ ਕੋਲ ਸੁਖਪਾਲ ਸਿੰਘ ਖਹਿਰਾ ਆਇਆ ਸੀ। ਮੈਂ ਕਿਹਾ ਤੈਨੂੰ ਪਤਾ ਵਗਦਾ? ਕਹਿੰਦਾ ਮੈਨੂੰ ਤਾਂ ਕਿਸੇ ਦੱਸਿਆ ਹੀ ਨਹੀਂ। ਮੈਂ ਉਹਨੂੰ ਸਾਰਾ ਸਮਝਾਇਆ ਨਕਸ਼ੇ 'ਚ ਵੀ। ਕਹਿੰਦਾ ਅੱਛਾ, ਪਰ ਉਦੋਂ ਬਾਅਦ ਵੀ ਉਹ ਸਮਝ ਨਹੀਂ। ਅੱਜ ਤੱਕ ਉਹਨੇ ਉਹਦਾ ਜ਼ਿਕਰ ਨਹੀਂ ਕੀਤਾ। ਇੱਥੇ ਸਿਮਰਜੀਤ ਸਿੰਘ ਬੈਂਸ ਕਹਿੰਦਾ ਸੀ ਅਸੀਂ ਰਾਜਸਥਾਨ ਦਾ ਪਾਣੀ ਰੋਕਣ ਲਈ ਹਰੀਕੇ ਪੱਤਨ ਤੇ ਜਾ ਕੇ ਮੋਰਚਾ ਲਾਉਣਾ ਜੀ। ਮੈਂ ਕਿਹਾ ਕਿਹੜਾ ਪਾਣੀ? ਕਹਿੰਦਾ ਸਤਲੁਜ ਦਾ ਅਸੀਂ ਪਾਣੀ ਨਹੀਂ ਦੇਣਾ। ਮੈਂ ਕਿਹਾ ਸਤਲੁਜ ਪਾਣੀ ਤੇ ਤੇਰੇ ਲਾਗੋਂ ਜਾਣ ਡਿਆ। ਕਹਿੰਦਾ ਕਿੱਥਾਂ? ਇਹਨਾਂ ਦੇ ਕਾਂਗਰਸੀਆਂ ਦੇ ਵੀ ਅਕਾਲੀਆਂ ਦੇ ਵੀ ਸਾਰਿਆਂ ਦੇ ਕਈ ਲੀਡਰਾਂ ਨੂੰ ਮੈਂ ਦੱਸ ਚੁੱਕਾ ਕਿ ਤੁਸੀਂ ਸਾਰੇ ਜਾਂ ਤਾਂ ਤੁਹਾਨੂੰ ਪਤਾ ਨਹੀਂ ਜਾਂ ਪਤਾ ਤੇ ਤੁਸੀਂ ਸਾਰੀਆਂ ਪਾਰਟੀਆਂ ਵਾਲੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। ਹੁਣ ਰਾਜਾ ਵੜਿੰਗ ਕਿਉਂਕਿ ਨਵਾਂ ਪ੍ਰਧਾਨ ਬਣਿਆ ਅਜੇ ਕਾਂਗਰਸ ਪਾਰਟੀ ਦਾ, ਮੈਂ ਸਮਝਦਾ ਹੋ ਸਕਦਾ ਕਿ ਉਹਨੂੰ ਸਾਰੇ ਮਸਲੇ ਦਾ ਪਤਾ ਹੀ ਨਾ ਹੋਵੇ ਜੀ। ਜੇ ਨਹੀਂ ਪਤਾ ਤੇ ਉਹਨੂੰ ਸਮਝਣਾ ਚਾਹੀਦਾ। ਕਿਤੇ ਉਹ ਨਹੀਂ ਸਮਝ ਸਕਦਾ ਮੇਰੇ ਕੋਲ ਆ ਜੇ ਮੈਂ ਦੱਸਣਾ ਅਸਲ ਮਸਲਾ ਕੀ ਹੈ। ਇੱਕ ਤੇ ਮਸਲੇ ਨੂੰ ਪੂਰਾ ਸਮਝਣਾ ਚਾਹੀਦਾ। ਦੂਜਾ SYL ਨਹਿਰ ਨਹੀਂ ਬਣਨੀ ਚਾਹੀਦੀ ਤੇ SYL ਬਣਨੀ ਚਾਹੀਦੀ ਹੈ। SYL ਨਹਿਰ ਸਤਲੁਜ ਜਮਨਾ ਲਿੰਕ ਨਹਿਰ ਨਹੀਂ ਬਣਨੀ ਚਾਹੀਦੀ ਜੀ। ਪਰ SYL ਨਹਿਰ ਦੀ ਸ਼ਾਰਦਾ ਜਮਨਾ ਲਿੰਕ ਵੀ ਹੈਗੀ ਹੈ। ਉਹ ਪ੍ਰਧਾਨ ਮੰਤਰੀ ਦਫ਼ਤਰ ਉਹਨੂੰ ਪਾਸ ਕਰ ਚੁੱਕਾ ਜੀ। ਫੰਡ ਅਲਾਟ ਕਰਨ 5 ਸਾਲਾਂ 'ਚੋਂ ਨਹਿਰ ਬਣ ਜਾਂਦੀ ਹੈ। ਸਿਆਪਾ ਮੁੱਕ ਜਾਵੇ। ਅਸੀਂ 75 ਤੋਂ ਲੱਗੇ ਹਾਂ, 47 ਸਾਲ ਹੋ ਗਏ ਆ ਇਸ ਗੱਲ ਤੇ ਰੇੜਕਾ ਪਿਆ ਫਿਰਦਾ। ਇੱਥੇ ਕਿੰਨੀਆਂ ਲੜਾਈਆਂ ਲੜੀਆਂ, ਕਿੰਨੇ ਬੰਦੇ ਮਰ ਗਏ। ਦੋਵਾਂ ਦੇਸ਼ਾਂ ਦੇ ਦੋਵਾਂ ਸੂਬਿਆਂ ਦੇ ਪੰਜਾਬ ਤੇ ਹਰਿਆਣੇ ਦੇ ਕਿੰਨੇ ਪੈਸੇ ਅਦਾਲਤੀ ਕਾਰਵਾਈਆਂ ਤੇ ਫੂਕੇ ਗਏ। ਇੰਨਾ ਕੁਛ ਹੋਣ ਤੋਂ ਬਾਅਦ ਨਿਕਲਿਆ ਕਿ ਅਸੀਂ ਤੇ
ਐਵੇਂ ਹੀ ਹਵਾ 'ਚ ਤਲਵਾਰਾਂ ਚਲਾ ਰਿਹਾ ਨਾ। ਇਹਦੇ ਬਜਾਏ ਬਿਹਤਰ ਇਹ ਹੈ ਕਿ ਦੋਵੇਂ ਰਾਜ ਜਾ ਕੇ ਪ੍ਰਧਾਨ ਮੰਤਰੀ ਉੱਤੇ ਜ਼ੋਰ ਪਾਉਣ ਕਿ ਜਿਹੜੀ ਸਕੀਮ ਤੁਹਾਡੇ ਕੋਲ ਪਾਸ ਹੋਈ ਪਈ ਆ, ਇਹ 12-13 ਪ੍ਰੋਜੈਕਟ ਸੀ, ਬਾਕੀ ਬਣਦੇ ਗਏ ਆ, ਇਹ 3-4 ਰਹਿ ਗਏ ਆ। ਇਹਨਾਂ ਤਿੰਨਾਂ ਚੋਂ ਸ਼ਾਰਦਾ ਜਮਨਾ ਲਿੰਕ ਨਹਿਰ ਬਣਾ ਦਿਓ, ਉਹ ਵੀ SYL, ਉਹ SYL ਬਣਾ ਦਿਓ। ਇਹ ਨਾ ਬਣਾਓ, ਸਿਆਪਾ ਮਕਾਓ, ਪਰ ਉਧਰ ਕਿਸੇ ਦਾ ਧਿਆਨ ਹੀ ਨਹੀਂ, ਇੱਥੇ ਲੜੀ ਜਾਂਦੇ ਨੇ। ਇਹ ਤਾਂ ਪੰਜ ਸਾਹਿਬ ਲੜਾਈ ਰੁਕਣੀ ਚਾਹੀਦੀ ਇੱਕ ਦਿਨ, ਕਿਉਂਕਿ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹਨੂੰ ਪਾਸ ਕੀਤਾ ਕਿ ਇਹ ਬਣ ਜਾਣਾ ਚਾਹੀਦਾ, ਪਰ ਨਹੀਂ ਬਣਦੇ। ਦੇਖਦੇ ਇਹਦੇ ਕਾਰਨ ਕੀ ਹੈ। ਦੂਸਰੇ ਪਾਸੇ ਨਵਾਜ਼ ਸ਼ਰੀਫ ਦੀ ਜੇਕਰ ਗੱਲ ਕਰੀਏ, ਪੰਨੂ ਸਾਹਿਬ ਤਾਂ ਕਹਿੰਦੇ ਪਾਕਿਸਤਾਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਪੂਰੀ, ਪਰ ਜਿਸ ਹਿਸਾਬ ਨਾਲ ਉਹਨਾਂ ਦਾ ਡਿਪਲੋਮੈਟ ਪਾਸਪੋਰਟ ਹੁਣ ਨਹੀਂ ਬਣਾਇਆ ਜਾ ਰਿਹਾ, ਇੱਕ ਪਾਸੇ ਸ਼ਾਹਬਾਜ਼ ਸ਼ਰੀਫ ਜਿੱਦਣ ਪ੍ਰਧਾਨ ਮੰਤਰੀ ਬਣਦੇ ਨੇ ਸਭ ਤੋਂ ਪਹਿਲਾਂ ਕਾਰਵਾਈ ਸ਼ਾਮ ਨੂੰ ਇਹ ਕੀਤੀ ਗਈ ਹੈ, ਹੁਕਮ ਦਿੱਤੇ ਗਏ ਕਿ ਉਹਨਾਂ ਦਾ ਪਾਸਪੋਰਟ ਬਣਾਇਆ ਜਾਵੇ। ਇਹ ਕਿੱਦਾਂ ਨਵਾਜ਼ ਸ਼ਰੀਫ ਦੇ ਸੁਪਨੇ ਪੂਰੇ ਹੋਣਗੇ ਜਾਂ ਫਿਰ ਵਿੱਚ ਹੀ ਲਟਕਦੇ ਰਹਿ ਜਾਣਗੇ? ਦੇਖੋ, ਸ਼ਾਹਬਾਜ਼ ਸ਼ਰੀਫ ਹਾਈ ਕਮਿਸ਼ਨ ਨੂੰ ਕਹਿ ਕੇ ਆਪਣੇ ਭਰਾ ਦਾ, ਨਵਾਜ਼ ਸ਼ਰੀਫ ਦਾ ਤੇ ਉਹਦੇ ਪਰਿਵਾਰ ਦਾ ਪਾਸਪੋਰਟ ਰਿਨਿਊ ਕਰਵਾ ਸਕਦਾ, ਤੇ ਉਹਨੇ ਕਹਿਤਾ ਜੀ। ਅਗਲੀ ਗੱਲ ਇਹ ਹੈ ਕਿ ਉਹ ਪਾਸਪੋਰਟ ਨਹੀਂ ਚਾਹੁੰਦੇ, ਡਿਪਲੋਮੈਟਿਕ ਪਾਸਪੋਰਟ ਚਾਹੁੰਦੇ। ਡਿਪਲੋਮੈਟਿਕ ਪਾਸਪੋਰਟ ਉਹ ਹੁੰਦਾ ਜਿਹੜਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪਾਰਲੀਮੈਂਟ ਦੇ ਸਪੀਕਰ ਨੂੰ, ਪਾਰਲੀਮੈਂਟ ਦੇ ਖਾਸ ਮੈਂਬਰਾਂ ਨੂੰ, ਜਿਹੜੇ ਕਿਸੇ ਖਾਸ ਡਿਊਟੀ 'ਤੇ ਜਾਣ ਵਾਲੇ ਹੋਣ, ਭਾਰਤ ਸਰਕਾਰ ਦੇ ਜਾਂ ਪਾਕਿਸਤਾਨ ਸਰਕਾਰ ਦੇ ਜਾਂ ਕਿਸੇ ਵੀ ਸਰਕਾਰ ਦੇ ਜਿਹੜੇ ਡਿਪਲੋਮੈਟ ਬਾਹਰ ਜਾਂਦੇ, ਉਹਨਾਂ ਨੂੰ, ਹਾਈ ਕਮਿਸ਼ਨਾਂ ਤੇ ਐਮਬੈਸੀਆਂ ਦੇ ਅਫਸਰਾਂ ਨੂੰ, ਉਹਨਾਂ ਨੂੰ ਜਾਰੀ ਹੁੰਦਾ ਜੀ, ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਾਰੀ ਹੋ ਜਾਂਦਾ। ਜਿਨ੍ਹਾਂ ਕੋਲ ਪਾਸਪੋਰਟ ਹੋਵੇ ਉਹਨਾਂ ਦੀ 에ਅਰਪੋਰਟ ਤੇ ਚੈਕਿੰਗ ਨਹੀਂ, ਉਹਨਾਂ ਦੇ ਸਮਾਨ ਦੀ ਚੈਕਿੰਗ ਨਹੀਂ ਹੁੰਦੀ, ਉਹ 'ਚ ਛੋਟਾਂ ਬਹੁਤ ਹੁੰਦੀਆਂ। ਹੁਣ ਨਵਾਜ਼ ਸ਼ਰੀਫ ਸਾਹਿਬ ਉਹ ਪਾਸਪੋਰਟ ਮੰਗਦੇ ਆ ਕਿ ਮੈਂ ਸਾਬਕਾ ਪ੍ਰਧਾਨ ਮੰਤਰੀ ਹਾਂ, ਸਾਬਕਾ ਪ੍ਰਧਾਨ ਮੰਤਰੀ ਦੇ ਤੌਰ ਤੇ ਉਹ ਹੱਕਦਾਰ ਹੈ ਕਿ ਉਹਨੂੰ ਪਾਸਪੋਰਟ ਮਿਲ ਜੇ। ਪਰ ਅੜਿੱਕਾ ਕੀ ਆ, ਉਹਦੇ ਉੱਤੇ ਬਣਿਆ ਸੀ ਕਰਪਸ਼ਨ ਦਾ ਕੇਸ। ਉਹ ਕੇਸ ਸਾਬਤ ਹੋਇਆ ਜਾਂ ਨਹੀਂ ਹੋਇਆ, ਅਦਾਲਤ ਨੇ ਕਹਿਤਾ ਜੀ ਕੇਸ ਸਾਬਤ ਹੋਇਆ, ਉਹਨੂੰ ਹੋ ਗਈ ਸਜ਼ਾ। ਇਸ ਵੇਲੇ ਉਹ ਸਾਬਕਾ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਨਾਲ ਦੀ ਨਾਲ ਸਜ਼ਾ ਯਾਫਤਾ ਅਪਰਾਧੀ ਵੀ ਹੈ। ਭਰਾ ਪ੍ਰਧਾਨ ਮੰਤਰੀ ਬਣ ਜਾਵੇ ਤੇ ਮੁਕੱਦਮਾ ਖਾਰਜ ਤਾਂ ਨਹੀਂ ਹੋ ਗਿਆ, ਮੁਕੱਦਮਾ ਤੇ ਫਿਰ ਅਦਾਲਤ ਵਿੱਚ ਜਾਊ, ਉੱਥੇ ਸਰਕਾਰ ਢਿੱਲ ਦੇ ਦੇ, ਪ੍ਰਧਾਨ ਮੰਤਰੀ ਦਾ ਭਰਾ ਬਰੀ ਹੋ ਜੂ। ਪਰ ਜਦ ਤੱਕ ਬਰੀ ਹੋ ਨਹੀਂ ਜਾਂਦਾ, ਉਹਨਾਂ ਚਿਰ ਤੱਕ ਪਾਕਿਸਤਾਨ ਸਰਕਾਰ ਦੇ ਕਾਨੂੰਨੀ ਕਾਗਜ਼ਾਂ 'ਚ ਨਵਾਜ਼ ਸ਼ਰੀਫ ਅਪਰਾਧੀ ਹੈ, ਜਿਹਨੂੰ ਅਦਾਲਤ ਨੇ ਸਜ਼ਾ ਦਿੱਤੀ ਹੋਈ ਹੈ। ਜਿਹੜਾ ਸਜ਼ਾ ਯਾਫਤਾ ਬੰਦਾ, ਉਹਨੂੰ ਦੇਸ਼ ਦਾ ਕਾਨੂੰਨ ਡਿਪਲੋਮੈਟਿਕ ਪਾਸਪੋਰਟ ਕਿੱਦਾਂ ਦੇ ਦੇ? ਇਹ ਚਾਹੁੰਦੇ ਸੀ ਡਿਪਲੋਮੈਟਿਕ ਪਾਸਪੋਰਟ। ਉਹਦੀ ਅਰਜ਼ੀ ਗਈ ਤੇ ਇਸਲਾਮਾਬਾਦ, ਪਾਕਿਸਤਾਨ ਦੀ ਰਾਜਧਾਨੀ ਦੀ ਹਾਈ ਕੋਰਟ ਨੇ ਆਖਿਆ ਹੋਰ ਜੋ ਮਰਜ਼ੀ ਹੋ ਜਾਵੇ, ਇਹਨਾਂ ਨੂੰ ਤਾਂ ਜੀ ਜਿਹੜਾ ਡਿਪਲੋਮੈਟਿਕ ਪਾਸਪੋਰਟ ਹੈ ਉਹ ਨਹੀਂ ਦਿੱਤਾ ਜਾ ਸਕਦਾ। ਜੇ ਡਿਪਲੋਮੈਟਿਕ ਪਾਸਪੋਰਟ ਮਿਲੇ ਤੇ ਉਹਦੇ ਪਰਿਵਾਰ ਦੇ ਜੀਆਂ ਨੂੰ ਵੀ ਮਿਲ ਸਕਦਾ। ਇਹ ਤਾਂ ਗੱਲ ਸਰਕਾਰ ਦੀ ਮਰਜ਼ੀ ਤੇ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਪਰ ਸਿਆਪਾ ਇਹ ਆ ਕਿ ਉਹਦੇ ਉੱਤੇ ਜਿਹੜਾ ਉਹ ਕੇਸ ਬਣਿਆ, ਜਿਹੜੇ ਕਰਪਸ਼ਨ ਦੇ 'ਚ ਉਹਨੂੰ ਸਜ਼ਾ ਹੋਈ ਹੈ, ਉਹਦੀ ਧੀ ਨੂੰ ਵੀ ਹੋਈ ਸੀ, ਉਹ ਵੀ ਜ਼ਮਾਨਤ ਤੇ ਬਾਹਰ। ਉਹ ਸਾਰੇ ਜਿਹੜੇ ਉਹ 'ਚ ਫਸੇ ਹੋਏ ਨੇ, ਉਹ ਕੇਸ ਦਾ ਕੀ ਕਰਨਗੇ? ਕਾਨੂੰਨ ਦਾ ਢਿੱਡ ਭਰੇ ਬਗੈਰ ਇਹਨੂੰ ਉਹ ਡਿਪਲੋਮੈਟਿਕ ਪਾਸਪੋਰਟ ਅਦਾਲਤ ਨਹੀਂ ਦੇ ਸਕਦੀ। ਅਦਾਲਤ ਨੇ ਠੀਕ ਆਖਿਆ ਕਿ ਨਵਾਜ਼ ਸ਼ਰੀਫ ਨੂੰ ਉਹ ਪਾਸਪੋਰਟ ਨਹੀਂ ਮਿਲ ਸਕਦਾ। ਪੰਨ ਸਾਹਿਬ, ਅੱਜ ਕੱਲ੍ਹ ਕਰੋਨਾ ਵਾਇਰਸ ਦੀ ਵੀ ਕਰਨੀ ਹੈ, ਕਿਉਂਕਿ ਚਰਚਾ ਚੱਲਦੀ ਪਈ ਹੈ ਕਿ ਕਰੋਨਾ ਦੇ ਕੇਸ ਮੁੜ ਤੋਂ ਵਧਣੇ ਸ਼ੁਰੂ ਹੋ ਗਏ ਆ। ਸਿਰਫ ਭਾਰਤ ਵਿੱਚ ਨਹੀਂ, ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕਰੋਨਾ ਦੇ ਕੇਸ ਜਿਸ ਤੇਜ਼ ਰਫ਼ਤਾਰ ਨਾਲ ਵੱਧਦੇ ਆ, ਕਿੰਨਾ ਕੁ ਨੁਕਸਾਨ ਦੁਆਰਾ ਦੇਖਦੇ ਆਉਣ ਵਾਲੇ ਸਮੇਂ ਵਿੱਚ? ਦੇਖੋ, ਕਾਫੀ ਦੇਰ ਬਾਅਦ ਇਹ ਬਿਮਾਰੀ ਨੇ ਫਿਰ ਸਿਰ ਚੁੱਕਿਆ ਜੀ। ਸਾਡੇ ਤੋਂ ਪਹਿਲਾਂ ਚੀਨ ਦੇ ਵੁਹਾਨ ਤੋਂ ਇਹ ਬਿਮਾਰੀ ਸ਼ੁਰੂ ਹੋਈ ਸੀ। ਬਿਲਕੁਲ। ਹੁਣ ਅੱਜ ਕੱਲ੍ਹ ਵੁਹਾਨ 'ਚ ਘੱਟ ਹੈ, ਫਿਰ ਗੁਆਂਗਝੂ 'ਚ ਪਈ, ਉੱਥੇ ਵੀ ਘੱਟ ਹੈ। ਹੁਣ ਜਿਹੜਾ ਉੱਥੋਂ ਦਾ ਸਭ ਤੋਂ ਵੱਡਾ ਟ੍ਰੇਡਿੰਗ ਸੈਂਟਰ ਹੈ, ਜਿੱਦਾਂ ਸਾਡਾ ਮੁੰਬਈ ਆ, ਉੱਥੇ ਸ਼ੰਘਾਈ ਆ, ਉਸ ਸ਼ੰਘਾਈ ਦੇ ਵਿੱਚ ਬਿਮਾਰੀ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਉੱਥੇ ਤਾਂ ਕੁਆਰੰਟਾਈਨ ਕਰਨਾ ਹੋਵੇ ਤੇ ਲੋਕਾਂ ਨੂੰ ਕੁਆਰੰਟਾਈਨ ਕਰਨ ਵਾਸਤੇ ਵੀ ਜਗ੍ਹਾ ਨਹੀਂ ਲੱਭਦੀਆਂ ਪਈਆਂ ਜੀ। ਉਹਦੇ ਤੋਂ ਬਾਅਦ ਸਾਡੇ ਦਿੱਲੀ ਵਿੱਚ ਕੇਸ ਮਿਲਣੇ ਸ਼ੁਰੂ ਹੋਏ। ਦਿੱਲੀ ਤੋਂ ਬਾਅਦ ਹਰਿਆਣੇ ਦਾ ਗੁੜਗਾਉਂ, ਜਿਹੜਾ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਬਿਲਕੁਲ ਨਾਲ ਲੱਗਦਾ, ਉਹ 'ਚ ਵਧਣੇ ਸ਼ੁਰੂ ਹੋਏ। ਹੁਣ ਕੱਲ੍ਹ ਹਰਿਆਣੇ ਦੀ ਸਰਕਾਰ ਨੇ ਕੁਝ ਇਲਾਕਿਆਂ 'ਚ ਆਖਿਆ ਕਿ ਮਾਸਕ ਪਾਉਣਾ ਜ਼ਰੂਰੀ ਹੈ, ਸਾਰੇ ਹਰਿਆਣੇ 'ਚ ਨਹੀਂ, ਕੁਝ ਇਲਾਕਿਆਂ 'ਚ। ਹੁਣ ਉਹਦੇ ਬਾਅਦ ਚੰਡੀਗੜ੍ਹ ਵਾਲਿਆਂ ਨੇ ਕਹਿ ਦਿੱਤਾ ਕਿ ਤੁਸੀਂ ਜਦੋਂ ਭੀੜ ਵਾਲੇ ਇਲਾਕਿਆਂ 'ਚ ਜਾਂਦੇ, ਮਾਸਕ ਪਾਉਣਾ ਫਿਰ ਸ਼ੁਰੂ ਕਰ ਦਿਓ, ਕਿਉਂਕਿ ਬਿਮਾਰੀ ਵੱਧ ਰਹੀ ਹੈ। ਤੇ ਚੰਡੀਗੜ੍ਹ ਸਾਡੇ ਤੋਂ ਕਿੰਨੀ ਕੁ ਦੂਰ ਹੈ ਪੰਜਾਬ ਤੋਂ? ਸਾਡੀ ਰਾਜਧਾਨੀ ਹੈ। ਸਾਡੇ ਲੋਕ ਰੋਜ਼ ਉੱਥੇ ਜਾਂਦੇ ਆ, ਰੋਜ਼ ਉੱਥੋਂ ਆਉਂਦੇ ਆ। ਜਦੋਂ ਰੋਜ਼ ਦਾ ਆਉਣ ਜਾਣ ਹੈ ਤੇ ਇਸ ਰੋਜ਼ ਦੇ ਆਉਣ ਜਾਣ 'ਚ ਕੱਲਾ ਉੱਥੋਂ ਹੋਰ ਸਮਾਨ ਖਰੀਦ ਕੇ ਨਹੀਂ ਲਿਆਉਂਦੇ, ਕੋਈ ਨਾਲ ਬਿਮਾਰੀ ਵੀ ਲਿਆ ਸਕਦਾ। ਇਸ ਕਰਕੇ ਜੇ ਪੰਜਾਬ ਦੀ ਸਰਕਾਰ ਵੀ ਹੁਣ ਵੇਲੇ ਸਿਰ ਹਦਾਇਤਾਂ ਜਾਰੀ ਕਰੇ ਕਿ ਭਾਈ ਬਿਮਾਰੀ ਹੈ ਚੜੀ ਆਉਂਦੀ, ਬਚਾਓ ਵਿੱਚ ਹੀ ਬਚਾਓ। ਰੇਲਵੇ ਦਾ ਇੱਕ ਸਲੋਗਨ ਹੁੰਦਾ, ਵੇਅਰ ਸੇਫਟੀ ਐਂਡਸ ਐਕਸੀਡੈਂਟਸ ਬਿਗਨ। ਜਿੱਥੇ ਸਾਵਧਾਨੀ ਹਟੀ, ਦੁਰਘਟਨਾ ਘਟੀ। ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ, ਆਪਣੇ ਪਰਿਵਾਰ ਤੇ ਸਮਾਜ ਨੂੰ ਬਚਾਉਣਾ ਚਾਹੁੰਦੇ ਹੋ,
ਤੇ ਸਾਰਿਆਂ ਨੂੰ ਹੁਣ ਤੋਂ ਚੌਕਸੀ ਰੱਖਣੀ ਚਾਹੀਦੀ ਹੈ, ਨਹੀਂ ਤੇ ਕੱਲ ਨੂੰ ਪਛਤਾਉਣਾ ਪੈ ਸਕਦਾ। ਗੱਲ ਪੰਨ ਸਾਹਿਬ ਠੀਕ ਹੈ, ਕਿਉਂਕਿ 2 ਸਾਲ ਲੋਕਾਂ ਨੇ ਬਹੁਤ ਜ਼ਿਆਦਾ ਤੰਗੀਆਂ ਕੱਟੀਆਂ ਤੇ ਕਰੋਨਾ ਵਾਇਰਸ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਸੀਗਾ। ਚਲਿਏ ਪੰਨ ਸਾਹਿਬ, ਜਾਣ ਦਾ ਵੇਲਾ ਆ ਗਿਆ, ਤੁਸੀਂ ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।